प्यारे बच्चों, कल असी नैचुरल नंबर, होल नंबर, इंटीजर, रैशनल नंबर, इरैशनल नंबर ते रियल नंबर ये बारे असी विस्तार सहित जानकारी प्राप्त की सी। अज असी इन्हां नाल संबंधित पहले चैप्टर का पहला अध्याय जिहड़ा हैगा, पहला लैसन 1.1, ठीक है, 1.1 असी वो करना है। सब तो पहला क्वेश्चन हैगा इहदा कि 0 एक परमेय संख्या है। ਕੀ ਤੁਸੀਂ ਇਸ ਨੂੰ P/Q ਦੇ ਰੂਪ ਵਿੱਚ ਲਿਖ ਸਕਦੇ ਹੋ, ਜਿੱਥੇ P ਅਤੇ Q ਸੰਪੂਰਨ ਸੰਖਿਆਵਾਂ ਹਨ ਤੇ Q 0 ਦੇ ਬਰਾਬਰ ਨਹੀਂ ਹੈ। ਹੁਣ ਜਦੋਂ ਅਸੀਂ ਇੰਟੀਜਰਸ ਅਸੀਂ ਕੀਤੇ ਸੀ, ਸੰਪੂਰਨ ਸੰਖਿਆਵਾਂ ਕੀਤੀਆਂ ਸੀ, ਤਾਂ ਉਹਨਾਂ ਦੇ ਵਿਚਕਾਰ 0 ਵੀ ਆਈ ਸੀ। ਅਤੇ ਉਸ ਵੇਲੇ ਇਹ ਗੱਲ ਕਹੀ ਸੀ ਕਿ ਜਿੰਨੀਆਂ ਸੰਪੂਰਨ, ਜਦੋਂ ਉਸ ਤੋਂ ਬਾਅਦ ਅਸੀਂ ਪਰਮੇय ਸੰਖਿਆਵਾਂ ਰੈਸ਼ਨਲ ਨੰਬਰ ਕੀਤੇ ਸੀ कि जिन्नियां संपूर्ण संख्यावां आ सारियां संख्यावां ही परमेय संख्यावां आ। जिन्ने नैचुरल नंबर है वो भी परमेय संख्यावां आ, ठीक है। तो मतलब जिन्ने नैचुरल नंबर है ऑल आर रैशनल नंबर्स। जिन्ने होल नंबर है वो भी रैशनल नंबर है। जिन्ने इंटीजर है वो भी सारे रैशनल नंबर है। तो जिहड़े इंटीजर हैगे आ उन्हां विच 0 भी आंदी है, ਜਿਹੜੇ ਹੋਲ ਨੰਬਰ ਆ ਉਹਨਾਂ ਵਿੱਚ ਵੀ 0 ਆਉਂਦੀ ਹੈ। ਕਹਿਣ ਦਾ ਭਾਵ ਪ੍ਰਕਿਰਤਿਕ ਸੰਖਿਆਵਾਂ ਅਤੇ ਸੰਪੂਰਨ ਸੰਖਿਆਵਾਂ ਅਤੇ ਸੰਪੂਰਨ ਸੰਖਿਆਵਾਂ ਇਹ ਸਾਰੀਆਂ, ਇਹਨਾਂ ਵਿੱਚੋਂ ਕੋਈ ਵੀ ਸੰਖਿਆ ਇੱਦਾਂ ਦੀ ਨਹੀਂ ਹੈ ਜਿਹੜੀ ਪਰਮੇय ਸੰਖਿਆ ਨਾ ਹੋਵੇ। ਇਸ ਲਈ 0 ਵੀ ਜਿਹੜੀ ਇੱਕ ਪਰਮੇय ਸੰਖਿਆ ਹੈ। ਇਹਦਾ ਉੱਤਰ ਹੈਗਾ ਹਾਂ, 0 ਇੱਕ ਪਰਮੇय ਸੰਖਿਆ ਹੈ, ਕਿਉਂਕਿ ਇਸ ਨੂੰ ਅਸੀਂ P/Q ਦੇ ਰੂਪ ਵਿੱਚ ਲਿਖ ਸਕਦੇ ਹਾਂ। ਕਿੱਦਾਂ ਲਿਖ ਸਕਦੇ ਹਾਂ? 0/1। ਇੱਕ ਜਿਹੜਾ ਉਹ ਸਾਡਾ Q ਹੈ ਅਤੇ Q ਜਿਹੜਾ 0 ਦੇ ਬਰਾਬਰ ਨਹੀਂ ਹੈ, ਠੀਕ ਹੈ। ਇਹਦਾ ਪਹਿਲੇ ਭਾਗ ਦਾ ਆਨਸਰ ਸਾਡਾ, ਪਹਿਲੇ ਕੁਐਸਚਨ ਦਾ ਇਹ ਆਨਸਰ ਹੋ ਗਿਆ। ਦੂਜਾ ਕੁਐਸਚਨ ਹੈਗਾ 3 ਅਤੇ 4 ਦੇ ਵਿਚਕਾਰ 6 ਪਰਮੇय ਸੰਖਿਆਵਾਂ ਲੱਭੋ। ਹੁਣ ਕੋਈ ਵੀ ਦੋ ਸੰਖਿਆਵਾਂ ਦੇ ਵਿਚਕਾਰ ਅਣਗਿਣਤ ਸੰਖਿਆਵਾਂ ਹੁੰਦੀਆਂ। ਜੇ ਦੋ ਪਰਮੇय ਸੰਖਿਆ, ਦੋ ਅੰਕਾਂ ਦੇ ਵਿਚਕਾਰ ਅਣਗਿਣਤ ਪਰਮੇय ਸੰਖਿਆਵਾਂ ਵੀ ਹੋਣਗੀਆਂ। ਅਣਗਿਣਤ ਮਤਲਬ ਰੈਸ਼ਨਲ ਨੰਬਰ ਜਿਹੜੇ ਆ ਉਹ ਅਨਲਿਮਿਟਿਡ ਹੁੰਦੇ ਆ, ਬਟ ਇੱਥੇ ਉਹਨੇ 6 ਬੋਲਿਆ ਸਾਨੂੰ ਕਿ 6 ਪਰਮੇय ਸੰਖਿਆਵਾਂ ਲੱਭੋ। ਹੁਣ ਅਸੀਂ ਇਹ ਨੰਬਰ ਲਾਈਨ ਦਿੱਤਾ ਹੈ 0 ਹੈ, 1 2 3 ਐਂਡ 4। ਹੁਣ 3 ਅਤੇ 4 ਦੇ ਵਿੱਚ ਅਸੀਂ 6 ਪਰਮੇय ਸੰਖਿਆਵਾਂ ਦੇਖਣੀਆਂ, 6 ਰੈਸ਼ਨਲ ਨੰਬਰ ਦੇਖਣੇ ਆ। ਹੁਣ 6 ਰੈਸ਼ਨਲ ਨੰਬਰ ਦੇਖੋ, ਇਹ 1 2 3 4 5 ਅਤੇ 6। ਇਹ 6 ਨਿਸ਼ਾਨ ਲਾ ਲਿਆ ਅਸੀਂ 6 ਪੁਆਇੰਟ ਲਾ ਲਿਆ ਇਹਦੇ ਵਿੱਚ ਕਿ 6 ਨੰਬਰ ਇਹਦੇ ਵਿਚਕਾਰ ਅਸੀਂ ਲੱਭ ਰਹੇ ਹਾਂ, ਠੀਕ ਹੈ। ਇਹਦੇ ਨਾਲ ਇਹਦੇ ਹਿੱਸੇ ਕਿੰਨੇ ਹੋਏ ਇਹ ਦੇਖੋ ਤੁਸੀਂ ਕਿੰਨੇ, 1 2 3 4 5 6 ਅਤੇ 7। ਕਿੰਨੇ ਹਿੱਸੇ ਹੋ ਗਏ ਇਹਦੇ? 7। ਇਸ ਕਰਕੇ ਤੁਸੀਂ ਮੈਨੂੰ ਸਵਾਲ ਕਰਕੇ ਭੇਜਿਆ, ਮੈਂ ਇਹ ਸਮਝਾਇਆ ਨਹੀਂ ਸੀ, ਬਟ ਤੁਸੀਂ ਕਿੱਥੋਂ ਕੀਤਾ ਉਹ ਨਹੀਂ ਮੈਨੂੰ ਪਤਾ। ਪਰ ਜਿਹੜੇ ਤੁਸੀਂ ਇਹਦੇ ਵਿੱਚ ਇੱਕ ਜੋੜਿਆ ਉਹਦਾ ਕੀ ਕਾਰਨ ਹੈ, ਅਸੀਂ ਕਿਉਂ ਜੋੜਿਆ? ਜੇ ਅਸੀਂ 6 ਸੰਖਿਆਵਾਂ ਪਤਾ ਕਰਨੀਆਂ ਆ ਤਾਂ ਅਸੀਂ ਇੱਕ ਜੋੜ ਕੇ 7 ਬਣਾਉਂਦੇ ਹਾਂ, ਠੀਕ ਹੈ। ਇੱਕ ਜੋੜ ਕੇ 7 ਲੈ ਕੇ ਫਿਰ 7 ਨੂੰ ਅਸੀਂ ਉਸ ਸੰਖਿਆ ਦਾ ਹਰ ਬਣਾਉਣਾ ਹੁੰਦਾ ਹੈ। 7 ਨੂੰ ਅਸੀਂ ਇਹਦਾ ਹਰ ਬਣਾਉਣਾ, ਇਹਦਾ ਵੀ ਹਰ ਬਣਾਉਣਾ ਅਤੇ ਇਹਦਾ ਵੀ ਹਰ ਬਣਾਉਣਾ ਆ 7 ਨੂੰ। ਹੁਣ 3 ਦਾ ਹਰ ਵੀ ਸਾਨੂੰ 7 ਚਾਹੀਦਾ ਹੈ ਅਤੇ 4 ਦਾ ਹਰ ਵੀ 7 ਚਾਹੀਦਾ, ਕਿਉਂਕਿ ਅਸੀਂ 6 ਸੰਖਿਆਵਾਂ ਪਤਾ ਕਰਨੀਆਂ। 6 ਸੰਖਿਆਵਾਂ ਪਤਾ ਕਰਨ ਲਈ ਇਹਦੇ ਹਿੱਸੇ ਕਿੰਨੇ ਹੁੰਦੇ ਆ? 7। ਜੇ 7 ਸੰਖਿਆਵਾਂ ਪਤਾ ਕਰਨੀਆਂ ਹੋਣ ਤਾਂ ਇਹਦੇ ਹਿੱਸੇ ਹੋ ਜਾਣੇ ਆ 8। ਜੇ ਅਸੀਂ ਇਹਦੇ ਵਿਚਕਾਰ 2 ਸੰਖਿਆਵਾਂ ਪਤਾ ਕਰਨੀਆਂ ਹੋਣਗੀਆਂ ਤਾਂ ਇਹਦੇ ਹਿੱਸੇ ਹੋ ਜਾਣੇ 3, ਠੀਕ ਹੈ। ਇਸ ਕਰਕੇ ਅਸੀਂ ਇੱਕ ਵਿੱਚ ਉਹਦੇ ਜੋੜਦੇ ਹੈਗੇ। ਹੁਣ ਇੱਥੇ ਅਸੀਂ ਕਰੀਏ ਕਿ ਇਹ ਹੋ ਗਿਆ ਜਿਹੜਾ 3 ਹੈ, ਅਸੀਂ ਕਿੰਨੀਆਂ ਸੰਖਿਆਵਾਂ ਪਤਾ ਕਰਨੀਆਂ? 6 + 1 ਬਰਾਬਰ 7। ਹੁਣ ਅਸੀਂ ਜਿਹੜਾ 3 ਹੈ ਉਹਨੂੰ ਅਸੀਂ ਕੀ ਕਰਨਾ ਆ? 3 ਇਹਦਾ ਹਰ ਸਾਨੂੰ ਕਿੰਨਾ ਚਾਹੀਦਾ? 7। ਇਹਦਾ ਹਰ ਕਿੰਨਾ ਚਾਹੀਦਾ ਸਾਨੂੰ? 7 ਚਾਹੀਦਾ, ਠੀਕ ਹੈ। ਇਹਦਾ ਹਰ 7 ਕਰ ਦਿੱਤਾ ਅਤੇ ਬਟ ਅਸੀਂ ਕਿਸੇ ਵੀ ਰਕਮ ਦੇ ਥੱਲੇ ਇੱਦਾਂ 7 ਕੋਈ ਵੀ ਅੰਕ ਇੱਦਾਂ ਨਹੀਂ ਲਾ ਸਕਦੇ, ਕਿਉਂਕਿ ਉਹ 3 ਹੈ, ਉਹਦੀ ਤਾਂ ਕੀਮਤ ਹੀ ਬਦਲ ਗਈ। ਹੁਣ ਜੇ ਅਸੀਂ ਇਹਦਾ ਹਰ 7 ਕੀਤਾ ਤਾਂ ਅਸੀਂ ਇਹਨੂੰ ਮਲਟੀਪਲਾਈ ਵੀ 7 ਨਾਲ ਕਰ ਲਾਂਗੇ। ਫਿਰ ਇਹ ਸਾਡੇ ਕੋਲ ਕੀ ਬਣ ਜਾਣਾ?
7 ਤੀਆ 21 ਬਟਾ 7। ਕਹਿੰਦਾ ਭਾਵ 3 ਨੂੰ ਅਸੀਂ ਗੁਣਾ ਕਰ ਰਹੇ ਹਾਂ 7 ਬਟਾ 7 ਨਾਲ। ਠੀਕ ਹੈ, 7 ਬਟਾ 7 1 ਹੀ ਹੁੰਦਾ। 7 ਨੂੰ 7 ਨਾਲ ਭਾਗ ਕਰਾਂਗੇ ਤਾਂ 1 ਆ ਜਾਣਾ, ਤਾਂ 3 ਦਾ 3 ਨਹੀਂ ਰਹਿ ਜਾਣਾ। ਇਹ ਸਾਡਾ ਬਣ ਗਿਆ ਸਾਡਾ 21 ਬਟਾ 7। ਇਸ ਤਰ੍ਹਾਂ 4 ਨੂੰ ਅਸੀਂ ਕੀ ਕਰਾਂਗੇ, 4 ਮਲਟੀਪਲਾਈ 4 ਨੂੰ ਗੁਣਾ ਕਰਾਂਗੇ 7 ਬਟਾ 7 ਨਾਲ। ਇਹਦਾ ਵੀ ਹਰ ਸਾਡਾ 7 ਬਣੇਗਾ। ਇਹ ਬਣ ਜਾਣਾ 4 7 28 ਬਟਾ 7। ਠੀਕ ਹੈ, ਹੁਣ ਇਹ ਸਾਡੇ ਕੋਲ 2 ਰਕਮਾਂ ਆ ਗਈਆਂ। ਇੱਕ ਹੋ ਗਈ 21 ਬਟਾ 7, ਇੱਕ ਹੋ ਗਈ 28 ਬਟਾ 7। ਦੋਨਾਂ ਦਾ ਹਰ ਸੇਮ ਹੈ, ਬਰਾਬਰ ਹਰ ਆ। ਇਸ ਕਰਕੇ ਇਹਦੇ ਵਿਚਕਾਰ ਅਸੀਂ ਬਾਕੀ ਦੀਆਂ ਜਿਹੜੇ ਅੰਕ ਅਸੀਂ ਲਿਖ ਸਕਦੇ ਹਾਂ। ਇਹਨਾਂ ਦੀ ਤੁਲਨਾ ਹੋ ਜਾਂਦੀ ਹੈ 21 ਅਤੇ 28। ਥੱਲੇ ਵਾਲੇ ਜਦੋਂ ਹਰ ਬਰਾਬਰ ਹੋਣ ਅਤੇ ਉੱਪਰ ਵਾਲੀਆਂ ਸੰਖਿਆਵਾਂ ਜਿਹੜੀਆਂ ਉਹਨਾਂ ਦੀ ਤੁਲਨਾ ਹੋ ਜਾਂਦੀ ਹੈ। ਜੇ ਕਰਨੀ ਹੋਵੇ ਵੱਡੀ ਛੋਟੀ ਤੋਂ ਵੀ ਹੋ ਜਾਂਦੀ ਹੈ, ਬਟ ਹੁਣ ਅਸੀਂ ਇਹਦੇ ਵਿਚਕਾਰ ਦੇਖਣੇ ਆ। ਅਤੇ ਇਹਦੇ ਵਿਚਕਾਰ 21 ਤੋਂ ਬਾਅਦ ਕੀ ਆਏਗਾ, ਅਸੀਂ ਲਿਖਾਂਗੇ 3 ਅਤੇ 4 ਦੇ ਵਿਚਕਾਰ 6 ਸੰਖਿਆਵਾਂ, 6 ਪਰਿਮੇਯ ਸੰਖਿਆਵਾਂ। ਇਹ ਕੀ ਹੋਣੀਆਂ ਸਾਡੀਆਂ, ਬਰਾਬਰ। 21 ਤੋਂ ਬਾਅਦ ਆ ਜਾਣਾ 22 ਬਟਾ 7, 23 ਬਟਾ 7, 24 ਬਟਾ 7, 25 ਬਟਾ 7, 26 ਬਟਾ 7 ਅਤੇ 27 ਬਟਾ 7। ਇਹ ਸਾਡਾ ਸਵਾਲ ਹੋ ਗਿਆ। ਠੀਕ ਹੈ, 21 ਬਟਾ 7, 21 22 23 24 25 26 ਅਤੇ 27। ਇਹ 6 ਸੰਖਿਆਵਾਂ ਸਾਡੀਆਂ ਆ ਗਈਆਂ, 3 ਅਤੇ 4 ਦੇ ਵਿਚਕਾਰ ਦੀਆਂ ਪਰਿਮੇਯ ਸੰਖਿਆਵਾਂ। ਹੁਣ ਉਸ ਤੋਂ ਅਗਲਾ ਕੁਐਸਚਨ ਜਿਹੜਾ ਆ ਉਹ ਸਾਡੇ ਕੋਲ ਆ ਗਿਆ, ਇੱਕ ਭਿੰਨ ਵਾਲਾ ਕੁਐਸਚਨ ਆ ਗਿਆ। ਭਿੰਨ ਹੈਗਾ 3 ਬਟਾ 5 ਅਤੇ 4 ਬਟਾ 5 ਦੇ ਵਿਚਕਾਰ ਦੀਆਂ 5 ਪਰਿਮੇਯ ਸੰਖਿਆਵਾਂ ਅਸੀਂ ਲੱਭਣੀਆਂ। ਠੀਕ ਹੈ, ਹੁਣ ਕਿੰਨੀਆਂ ਪਰਿਮੇਯ ਸੰਖਿਆਵਾਂ ਲੱਭਣੀਆਂ, 5। ਇਹਦੇ ਵਾਸਤੇ ਦੇਖੋ, ਸਭ ਤੋਂ ਪਹਿਲਾਂ ਕੀ ਆ ਕਿ 3 ਬਟਾ 5 ਹੈ ਅਤੇ 4 ਬਟਾ 5 ਹੈ। ਇੱਥੇ ਇਹਨਾਂ ਦੇ ਹਰ ਪਹਿਲਾਂ ਹੀ ਬਰਾਬਰ ਆ। ਇਸ ਕਰਕੇ ਸਾਨੂੰ ਕੋਈ ਹੋਰ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈਗੀ, ਅਤੇ ਅਸੀਂ ਸੇਮ ਉਹੀ ਪ੍ਰੋਸੀਜਰ ਰੱਖਣਾ, ਉਹੀ ਢੰਗ ਵਰਤਣਾ ਆ ਕਿ 5 ਸੰਖਿਆਵਾਂ ਪਤਾ ਕਰਨੀਆਂ ਆ ਅਤੇ 5 ਦੇ ਵਿੱਚ 1 ਜੋੜਨਾ ਹੈ। 5 + 1 6। ਠੀਕ ਹੈ, 5 + 1 ਬਰਾਬਰ 6। ਇਹਦਾ ਮਤਲਬ ਅਸੀਂ ਇਹਨੂੰ 6 ਨਾਲ ਗੁਣਾ ਕਰਨੀ ਹੈ ਅਤੇ 6 ਨਾਲ ਹੀ ਭਾਗ ਕਰਨੀ ਹੈ। ਪਹਿਲੀ ਰਕਮ ਨੂੰ ਵੀ, ਦੂਜੀ ਰਕਮ ਨੂੰ। 6 ਨਾਲ ਗੁਣਾ, 6 ਨਾਲ ਭਾਗ। ਕਹਿੰਦਾ ਭਾਵ 3 ਬਟਾ 5 ਗੁਣਾ ਕੀ ਕਰਾਂਗੇ, 6 ਬਟਾ 6। 6 ਨਾਲ ਹੀ ਗੁਣਾ ਹੋ ਗਈ, 6 ਨਾਲ ਹੀ ਭਾਗ ਹੋ ਗਈ। ਇਹ ਕਿੰਨਾ ਬਣ ਗਿਆ, 6 ਤੀਏ 18 ਬਟਾ 5 ਛਿਕਾ 30। ਦੂਸਰੀ ਰਕਮ ਸਾਡੀ ਹੋ ਗਈ 4 ਬਟਾ 5। ਇਹਨੂੰ ਵੀ ਅਸੀਂ 6 ਬਟਾ 6 ਨਾਲ ਗੁਣਾ ਕਰ ਦੇਣੀ। 6 ਚੌਕਾ 24, 5 ਛਿਕਾ 30। ਹੁਣ ਇਹ ਦੋਨਾਂ ਦੇ ਹਰ ਬਰਾਬਰ ਹੋ ਗਏ। ਠੀਕ ਹੈ, ਡਿਨੋਮੀਨੇਟਰ ਇਕੁਅਲ ਹੋ ਗਏ, ਤਾਂ ਅਸੀਂ ਇਹਨਾਂ ਦੇ ਵਿਚਕਾਰ ਦੀਆਂ 18 ਅਤੇ 24 ਦੇ ਵਿਚਕਾਰ ਦੀਆਂ ਸੰਖਿਆਵਾਂ ਦੇਖ ਲੈਣੀਆਂ। 18 ਤੋਂ ਬਾਅਦ ਆ ਗਈ ਸਾਡੀ, ਅਸੀਂ ਲਿਖਾਂਗੇ 3 ਬਟਾ 5 3 ਬਟਾ 5 ਅਤੇ 4 ਬਟਾ 5 ਦੇ ਵਿਚਕਾਰ 5 ਪਰਿਮੇਯ ਸੰਖਿਆਵਾਂ ਬਰਾਬਰ ਕਿਹੜੀ ਕਿਹੜੀ ਆ ਜਾਏਗੀ। 18 ਤੋਂ ਬਾਅਦ ਆ ਗਿਆ ਸਾਡਾ 19 ਬਟਾ 30, 20 ਬਟਾ 30, 21 ਬਟਾ 30, 22 ਬਟਾ 30 ਅਤੇ 23 ਬਟਾ 30। ਠੀਕ ਹੈ, ਇਹ ਸਾਡੀਆਂ ਸੰਖਿਆਵਾਂ 5 ਹੋ ਗਈਆਂ। 1 2 3 4 5, 19 ਬਟਾ 30, 20 ਬਟਾ 30, 21 ਬਟਾ 30, 22 ਬਟਾ 30 ਅਤੇ 23 ਬਟਾ 30। ਇਹ ਸਾਡਾ ਸਵਾਲ ਹੋ ਗਿਆ। ਹੁਣ ਤੁਸੀਂ ਇਹ ਦੇਖ ਲੈਣਾ ਕਿ ਤੁਹਾਡੇ ਸਵਾਲ ਠੀਕ ਹੈ। ਜੇ ਤੁਹਾਨੂੰ ਸਮਝ ਲੱਗੀ ਸੀ ਜਾਂ ਤੁਸੀਂ ਕਿੱਦਾਂ ਕੀਤੇ ਉਹ ਤੁਹਾਨੂੰ ਪਤਾ ਹੋਵੇਗਾ। ਠੀਕ ਹੈ, ਅੱਗੇ ਚੌਥਾ ਸਵਾਲ ਹੈਗਾ, ਹੇਠਾਂ ਦਿੱਤੇ ਕਥਨ ਸਹੀ ਹਨ ਜਾਂ ਗਲਤ, ਕਾਰਨ ਸਹਿਤ ਉੱਤਰ ਦਿਓ। ਪਹਿਲਾ ਹੈਗਾ, ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਹਰੇਕ ਪ੍ਰਕਿਰਤਿਕ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਸਹੀ ਹੈ ਇਹ।
ਕਿਉਂਕਿ ਇਹ ਸਾਨੂੰ ਪਤਾ ਆ ਕਿ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ 1 ਤੋਂ ਸ਼ੁਰੂ ਹੁੰਦੀਆਂ ਅਤੇ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ। ਠੀਕ ਹੈ, ਤੇ ਇਸ ਕਰਕੇ ਪ੍ਰਕਿਰਤਿਕ ਸੰਖਿਆਵਾਂ ਜਿਹੜੀਆਂ ਪੂਰਨ ਸੰਖਿਆਵਾਂ ਦੇ ਵਿੱਚ ਸ਼ਾਮਲ ਹੈਗੀਆਂ। ਇਸ ਕਰਕੇ ਹਰੇਕ ਇੱਕ ਪ੍ਰਕਿਰਤਿਕ ਸੰਖਿਆ ਜਿਹੜੀ ਆ ਉਹ ਪੂਰਨ ਸੰਖਿਆ ਹੁੰਦੀ ਹੈ। ਦੂਜਾ ਹੈਗਾ ਹਰੇਕ ਸੰਪੂਰਨ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਕਹਿੰਦਾ ਭਾਵ ਹਰੇਕ ਇੰਟੀਜ਼ਰ ਜਿਹੜਾ ਉਹ ਹੋਲ ਨੰਬਰ ਹੁੰਦਾ ਹੈ। ਹਰੇਕ ਸੰਪੂਰਨ ਸੰਖਿਆ ਪੂਰਨ ਸੰਖਿਆ ਹੁੰਦੀ ਹੈ। ਹੁਣ ਇੰਟੀਜ਼ਰ ਮੈਂ ਤੁਹਾਨੂੰ ਦੱਸੇ ਸੀ, ਇੰਟੀਜ਼ਰ ਜਿਹੜੇ ਆ ਸਾਡੇ ਉਹ ਇਹ ਦੇਖੋ ਇੱਥੇ ਇੰਟੀਜ਼ਰ ਇਹ ਸਾਰੇ ਆ, ਮਤਲਬ 0 ਦੇ ਇੱਧਰਲੇ ਪਾਸੇ ਵੀ ਰਕਮਾਂ ਆਉਂਦੀਆਂ, 0 ਦੇ ਇੱਧਰ ਵੀ ਆਉਂਦੀਆਂ, ਦੋਨੇ ਪਾਸੇ ਵਿੱਚ 0। ਇਹ ਸਾਰੇ ਸਾਡੇ ਇੰਟੀਜ਼ਰ ਹੈ, ਯਾਨੀ ਕਿ ਸਾਰੀਆਂ ਸੰਪੂਰਨ ਸੰਖਿਆਵਾਂ। ਹੁਣ ਸਾਰੀਆਂ ਸੰਪੂਰਨ ਸੰਖਿਆ ਤਾਂ ਪੂਰਨ ਨਹੀਂ ਨਾ ਹੋ ਸਕਦੀਆਂ। ਪੂਰਨ ਸੰਖਿਆਵਾਂ ਤਾਂ ਇੱਥੋਂ ਲੈ ਕੇ ਤਾਂ ਇੱਧਰ ਵਾਲੀਆਂ ਸਾਰੀਆਂ ਪੂਰਨ ਸੰਖਿਆਵਾਂ ਆ, ਇਹ ਤਾਂ ਬਚ ਗਈਆਂ ਫਿਰ। ਠੀਕ ਹੈ, ਇਸ ਕਰਕੇ ਸਾਰੀਆਂ ਸੰਪੂਰਨ ਸੰਖਿਆਵਾਂ ਪੂਰਨ ਸੰਖਿਆਵਾਂ ਨਹੀਂ ਹੋ ਸਕਦੀਆਂ। ਜੇ ਸਾਨੂੰ ਇੱਦਾਂ ਪੁੱਛਿਆ ਹੁੰਦਾ ਨਾ ਕਿ ਸਾਰੀਆਂ ਸੰਪੂਰਨ ਹੁੰਦੀਆਂ, ਤਾਂ ਅਸੀਂ ਕਹਿਣਾ ਹਾਂ ਕਿ ਜਿੰਨੀਆਂ ਵੀ ਪੂਰਨ ਸੰਖਿਆ ਹੈ ਸਾਰੀਆਂ ਸੰਪੂਰਨ ਦੇ ਵਿੱਚ ਹੈਗੀਆਂ, ਸਾਰੀਆਂ ਹੀ ਇਹ ਸੰਪੂਰਨ ਹੁੰਦੀਆਂ। ਬਟ ਸਾਰੀਆਂ ਸੰਪੂਰਨ ਸੰਖਿਆਵਾਂ ਜਿਹੜੀਆਂ ਉਹ ਪੂਰਨ ਸੰਖਿਆਵਾਂ ਨਹੀਂ ਹੁੰਦੀਆਂ। ਠੀਕ ਹੈ, ਇਹ ਸਾਡਾ ਦੂਸਰੇ ਦਾ ਆਨਸਰ ਹੋ ਗਿਆ। ਤੀਸਰਾ ਕੁਐਸਚਨ ਹੈਗਾ ਕਿ ਹਰੇਕ ਪਰਿਮੇਯ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਹਰੇਕ ਪਰਿਮੇਯ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਪਰ ਪਰਿਮੇਯ ਸੰਖਿਆ ਲਈ ਵੀ ਉਹੀ ਚੀਜ਼ ਆਉਂਦੀ ਹੈ, ਗਲਤ ਹੈ, ਇਹ ਵਾਲਾ ਕਥਨ ਵੀ ਗਲਤ ਹੈ। ਪਰਿਮੇਯ ਸੰਖਿਆ ਲਈ ਵੀ ਉਹੀ ਆਉਂਦਾ ਕਿ ਕਿਉਂਕਿ ਪਰਿਮੇਯ ਸੰਖਿਆਵਾਂ ਤਾਂ ਸੰਪੂਰਨ ਸੰਖਿਆਵਾਂ ਤੋਂ ਵੀ ਵੱਡੀਆਂ। ਜਿੰਨੀਆਂ ਸੰਪੂਰਨ ਸੰਖਿਆਵਾਂ ਆ ਉਹ ਸਾਰੀਆਂ ਹੀ ਪਰਿਮੇਯ ਸੰਖਿਆਵਾਂ ਆ। ਠੀਕ ਹੈ, ਤਾਂ ਪਰ ਪਰਿਮੇਯ ਸੰਖਿਆਵਾਂ ਦੇ ਵਿੱਚ ਭਿੰਨ ਵਾਲੀਆਂ ਸੰਖਿਆਵਾਂ ਵੀ ਹੁੰਦੀਆਂ। ਠੀਕ ਹੈ, ਭਿੰਨਾਂ ਵਾਲੀਆਂ ਸੰਖਿਆਵਾਂ 3/4, 2/3, 5/6, 7, ਮਤਲਬ ਜਿਹੜੀ ਵੱਡੀ ਤੋਂ ਵੱਡੀ ਸੰਖਿਆ ਵੀ ਅਸੀਂ ਲੈ ਸਕਦੇ ਹਾਂ। ਠੀਕ ਹੈ, ਭਿੰਨ ਹੁੰਦੀ। ਪਰ ਪੂਰਨ ਸੰਖਿਆਵਾਂ ਤਾਂ ਸਾਰੀਆਂ ਪੂਰਨ ਹੁੰਦੀਆਂ। 1 ਹੋ ਗਿਆ, 2 ਹੋ ਗਏ, 0, 1, 2, 3, 4, ਕਿਤੇ ਵੀ ਅੱਧਾ ਪਾਉਣਾ ਨਹੀਂ ਆਉਂਦਾ ਹੈਗਾ। ਠੀਕ ਹੈ, ਇਸ ਲਈ ਇਹ ਕਥਨ ਗਲਤ ਹੈ ਕਿ ਪਰਿਮੇਯ ਸੰਖਿਆਵਾਂ ਜਿਹੜੀਆਂ ਆ ਪੂਰਨ ਸੰਖਿਆ। ਸਾਡਾ ਕੁਐਸਚਨ ਕੀ ਸੀਗਾ ਕਿ ਹਰੇਕ ਪਰਿਮੇਯ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਹਰੇਕ ਪਰਿਮੇਯ ਸੰਖਿਆ ਪੂਰਨ ਸੰਖਿਆ ਨਹੀਂ ਹੁੰਦੀ। ਸੋ ਇਹ ਸਾਡਾ ਅਭਿਆਸ 1.1 ਜਿਹੜਾ ਉਹ ਕੰਪਲੀਟ ਹੋ ਜਾਂਦਾ। ਇਹਦੇ 4 ਸਵਾਲ ਸੀਗੇ, 4 ਹੀ ਕਰਦੇ।